ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगात सच है पी सच नानक होसी पी सच। हर जन राम नाम गुण गावे चवर तखत दे मालक जुगो जुग अटल धन श्री गुरु ग्रंथ साहिब जी दी पावन हजूरी विच बैठ के बाबा जी का आगमन पुरब ते अज पूर्णमासी का दिहाड़ा भी है ते सत्संग करके अपने जीवन दियां घड़ियां सफली कर रही गुरु सवारी साध संगत जी सतगुरां दी बख्शी हुई फतेह सांझी करिए। वाहिगुरु जी का खालसा वाहिगुरु जी की फतेह। गुरमुखो अज पूर्णमासी का दिहाड़ा है ते उत्थे ही नाल अज होली का त्यौहार भी है ते कल नूं होला महला आनंदपुर साहब मनाया जाना है ते अज जो दूसरी लड़ी पाठां दी अखंड पाठ साहिबां दी चल रही सी उस दी संपूर्णता तो बाद जो हुक्मनामा बख्शिश किया है उस दी भी थोड़ी विचार ते गुरमुखो कुछ दिन पहला नवे साल की भी आरंभता हुई है। सिख धर्म तो बगैर जिन्ने भी धर्म ने गुरमत तो बगैर जिन्ने भी धर्म ने सारे नमित ने इको एक गुरमत है जो नितनेमी है। बाकी जिन्ने भी धर्म ने वो सारे नमित धर्मी ने। नमित का भाव हुंदा है किसे करके। सारे धर्म दिन मनाउंदे ने संप्रदावां दिन मनाउंदियां ने निमित्त करके। किसी ने गुरुद्वारे या मंदिर जाना है किस करके कि अज संगरांद है। किसी ने मंदिर जाना है गंगा ते इशनान करने जाना है कि माघ का महीना है माघ की संगरांति है। किसी ने पूर्णमासी करके किसी ने मत्स्या करके किसी ने नौचंदा एतवार करके निमित्त करके जाना है कि अज दिन शुभ है या बुरा है। इस करके धर्म स्थान ते या गुरु उपदेश नूं सरवण करना है। पर इको एक सिख धर्म है जो नितकर्मी है। गुरमुखा ने गुरसिखा ने मत्स्या करके गुरुद्वारे नहीं जाना रोज जाना है। पूर्णमासी करके किसी को जा होवे या ना जा होवे ये गल अलग है। पर गुरमत का जो उपदेश है वो नितकर्मी है। तो जिथे गुरमत का उपदेश नितकर्मी है उथे नाल नाल विशेष पुरब जिस तरह गुरु अर्जन देव जी का शहीदी पुरब है। जिथे जिथे सिख संगतां रहिंदियां ने उन्हां दिनां नूं सारे मनाउंदे ने। गुरु नानक पातशाह जी का आगमन पुरब वो सारे मनाउंदे ने। इस तरह होला महला जो अज है कल नूं होले महले का महला निकलना है वो भी आनंदपुर साहब बड़ी धूम धाम नाल मनाया जाता है। तो मनाउण दा जो मूल मकसद है बाणी सतगुरां ने दो तरह के उचारी है।
ਹਰ ਗੱਲ ਕਰਨ ਦੇ ਦੋ ਭਾਵ ਹੁੰਦੇ ਨੇ। ਇੱਕ ਤੇ ਹੁੰਦਾ ਹੈ ਟੀਚਾ, ਜਿੱਥੇ ਜਾਣਾ ਹੋਵੇ, ਤੇ ਉਹਦੇ ਵਾਸਤੇ ਜਿਹੜੇ ਸਾਧਨ ਤੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ, ਸ਼ਬਦਾਂ ਦੇ ਅਰਥ ਅਲੱਗ ਹੁੰਦੇ ਨੇ, ਪਰ ਉਹਦਾ ਜਿਹੜਾ ਭਾਵ ਅਰਥ ਹੁੰਦਾ ਹੈ ਉਹ ਅਲੱਗ ਹੁੰਦਾ ਹੈ। ਤੇ ਗੁਰਮਤਿ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਰੀ ਗੁਰਬਾਣੀ ਨੂੰ, ਜਿੱਥੋਂ ਮਰਜੀ ਗੁਰਬਾਣੀ ਦੇ ਦਰਸ਼ਨ ਕਰਕੇ ਵਿਚਾਰ ਲਓ, ਤੇ ਉਹਦਾ ਮੂਲ ਮਕਸਦ ਜੋ ਹੈ ਉਹ ਹੈ ਮਨੁੱਖ ਜਨਮ ਦੇ ਵਿੱਚ ਪਰਮਾਤਮਾ ਦਾ ਅਭੇਦਤਾ ਦਾ ਅਨੁਭਵ ਕਰਨਾ, ਤੇ ਨਾਲ ਜਿਹੜਾ ਜੋ ਸਾਧਨ ਦੱਸਿਆ ਹੈ ਉਹ ਧਰਮ ਤੇ ਸੰਤਾਂ ਦੀ, ਅਨੁਭਵੀਆਂ ਦੀ, ਮਹਾਂਪੁਰਸ਼ਾਂ ਦੀ ਸੰਗਤ। ਬਾਣੀ ਦੇ ਕਿਸੇ ਸ਼ਲੋਕ ਨੂੰ, ਕਿਸੇ ਵੀ ਪਾਠ ਨੂੰ ਪੜ੍ਹ ਕੇ ਦੇਖੋ, ਦਰਸ਼ਨ ਕਰਕੇ ਦੇਖੋ, ਤੇ ਉਹਦੇ ਪਿੱਛੇ ਜੋ ਭਾਵ ਹੈ ਉਹ ਇੰਨਾ ਹੀ ਹੈ ਕਿ ਮਨੁੱਖ ਜਨਮ ਦੇ ਵਿੱਚ ਸਤਸੰਗ ਕਰਕੇ, ਨਾਮ ਜਪ ਕੇ, ਸੰਤਾਂ ਦੀ ਸੰਗਤ ਕਰਕੇ ਆਪਣੇ ਮਨ ਦਾ ਜੋ ਭਰਮ ਹੈ ਉਹ ਦੂਰ ਕਰਕੇ ਪਰਮਾਤਮਾ ਨਾਲ ਅਭੇਦਤਾ ਹੋਣੀ। ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ, ਤੇ ਸਤਿਗੁਰੂ ਜੀ 12 ਮਾਹਾਂ ਦੇ ਵਿੱਚ ਫਰਮਾਨ ਕਰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਅਸੀਂ ਪਰਮਾਤਮਾ ਤੋਂ ਪੂਰਬਲੇ ਕਰਮਾਂ ਕਰਕੇ ਸਾਡਾ ਵਿਛੋੜਾ ਹੋਇਆ ਹੈ, ਤੇ ਉਸ ਨੂੰ ਮਿਲਣ ਦਾ ਜੋ ਸਾਧਨ ਹੈ, ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਨਾ। ਚੇਤ ਦੇ ਮਹੀਨੇ ਦੀ ਸ਼ੁਰੂਆਤ ਸਾਲ ਦੀ ਮੰਨੀ ਜਾਂਦੀ ਹੈ। ਵਿਦੇਸ਼ ਵਿੱਚ ਜਾਂ ਅੰਗਰੇਜ਼ਾਂ ਦੇ ਰਾਜ ਵਿੱਚ ਜਨਵਰੀ ਤੋਂ 1 ਤਰੀਕ ਤੋਂ ਜਾਂ 1 ਜਨਵਰੀ ਤੋਂ ਨਵੇਂ ਸਾਲ ਦੀ ਆਰੰਭਤਾ ਕੀਤੀ ਗਈ ਹੈ। ਅੰਗਰੇਜ਼ ਇੱਕ ਰਾਜਾ ਹੋਇਆ ਹੈ, ਤੇ ਉਸ ਦਾ ਜਨਮ ਜਨਵਰੀ ਨੂੰ ਸੀ, 1 ਜਨਵਰੀ ਨੂੰ, ਤੇ ਉਹਨੇ ਆਪਣਾ ਬਲ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਰਿਹਾ ਹੈ, ਤੇ ਉਹਨਾਂ ਨੇ 1 ਜਨਵਰੀ ਤੋਂ, ਮਤਲਬ ਆਪਣੇ ਜਨਮ ਦਿਨ ਤੋਂ ਈਸਵੀ ਚਲਾ ਦਿੱਤੀ। ਉਸ ਤੋਂ ਪਹਿਲਾਂ ਤੇ ਅੱਜ ਵੀ ਜਿਹੜਾ ਦਿਨ ਮਨਾਇਆ ਜਾਂਦਾ ਹੈ ਹਿੰਦੁਸਤਾਨ ਵਿੱਚ, ਸਨਾਤਨ ਵਿੱਚ ਜਾਂ ਪੁਰਾਣਾ, ਉਹ 1 ਅਪ੍ਰੈਲ ਤੋਂ ਨਵਾਂ ਸਾਲ ਮੰਨਿਆ ਜਾਂਦਾ ਸੀ, ਜਾਣੀ ਚੇਤ ਦੇ ਮਹੀਨੇ ਤੋਂ ਪਹਿਲਾ ਸਾਲ ਬਣੇ ਬਸੰਤ ਦੇ ਮਹੀਨੇ, ਕਿਉਂਕਿ ਉਦੋਂ ਕੀ ਹੁੰਦਾ ਹੈ, ਉਦੋਂ ਨਵੇਂ ਪੌਦੇ ਖਿਲਦੇ ਨੇ, ਉਦੋਂ ਨਵੀਂ ਬਨਸਪਤੀ ਖਿਲਦੀ ਹੈ, ਫੁੱਲ ਖਿਲਦੇ ਨੇ, ਤੇ ਪਰਮਾਤਮਾ ਨੇ, ਪ੍ਰਕਿਰਤੀ ਨੇ ਨਵੀਂ ਸ਼ੁਰੂਆਤ ਕੀਤੀ ਹੈ, ਤੇ ਉਸ ਦੇ ਅਨੁਸਾਰ ਹੀ ਸਿੱਖ ਮਤ, ਹੋਰ ਮਤ ਇਸ ਦੀ ਸ਼ੁਰੂਆਤ ਮੰਨਦੇ ਸਨ। ਪਰ ਰਾਜੇ ਦਾ ਜ਼ੋਰ ਹੋਣ ਕਰਕੇ 1 ਸਾਲ ਤੋਂ 1 ਜਨਵਰੀ ਤੋਂ ਨਵਾਂ ਸਾਲ ਆਰੰਭ ਕਰ ਦਿੱਤਾ, ਤੇ ਜਿਹੜਾ 1 ਅਪ੍ਰੈਲ ਸੀ, ਅਪ੍ਰੈਲ ਦਾ ਮਹੀਨਾ ਸੀ, ਉਹਨੂੰ ਅਪ੍ਰੈਲ ਫੂਲ ਕਹਿ ਦਿੱਤਾ, ਕਿ ਜਿਹੜਾ ਅਪ੍ਰੈਲ 1 ਤੋਂ ਦਿਨ ਮੰਗੇਗਾ ਉਹ ਅਪ੍ਰੈਲ ਦਾ ਮਤਲਬ ਫੂਲ ਮਖੌਲ ਹੈ। ਕਹਿਣ ਤੋਂ ਭਾਵ ਕਿ ਬਲ ਕਰਕੇ ਬਦਲ ਦਿੱਤਾ। ਪਰ ਬੈਂਕਾਂ ਦੇ ਵਿਹਾਰ, ਜਿਹੜੇ ਹੋਰ ਵਿਹਾਰ ਚੱਲਦੇ ਨੇ, ਉਹ ਹੁਣ ਵੀ 31 ਮਾਰਚ ਨੂੰ ਖਤਮ ਕੀਤੇ ਜਾਂਦੇ। ਕਹਿਣ ਦਾ ਮਤਲਬ ਕਿ ਸਾਲ ਪ੍ਰਕਿਰਤੀ ਨੇ, ਤੇ ਜਿਹੜਾ ਸਿੱਖ ਧਰਮ ਜਾਂ ਸਨਾਤਨ ਮਤ ਹੈ ਉਹ ਪ੍ਰਕਿਰਤੀ ਨੂੰ ਨਾਲ ਲੈ ਕੇ ਚੱਲਦਾ ਹੈ। ਪਰ ਅੰਗਰੇਜ਼ਾਂ ਨੇ ਨਵਾਂ ਸਾਲ ਜਨਵਰੀ ਤੋਂ ਸ਼ੁਰੂ ਕੀਤਾ। ਉਦੋਂ ਕੀ ਹੁੰਦਾ ਹੈ ਕਿ ਜਨਵਰੀ ਦੇ ਵਿੱਚ ਇੰਨੀ ਠੰਡ ਹੁੰਦੀ ਹੈ, ਇੰਨੀ ਸਰਦੀ ਹੁੰਦੀ ਹੈ, ਨਵੇਂ ਪੌਦੇ ਜਾਂ ਨਵੇਂ ਫਲ ਫਰੂਟ ਉਦੋਂ ਕੀ ਉਗਣੇ ਨੇ, ਜਿਹੜੇ ਪੁਰਾਣੇ ਦਰਖਤਾਂ ਨੂੰ ਪੱਤੇ ਫੁੱਲ ਲੱਗੇ ਹੁੰਦੇ ਨੇ ਉਹ ਠੰਡ ਦਾ ਕਰਕੇ ਝੜ ਜਾਂਦੇ ਨੇ। ਪਰ ਜੋ ਸਿੱਖ ਧਰਮ ਦਾ, ਜੋ ਸਨਾਤਨ ਮਤ ਦਾ ਹੈ, ਉਹ ਹੈ 1 ਚੇਤ। ਤੇ ਚੇਤ ਦੇ ਵਿੱਚ ਦੱਸਿਆ ਕੀ ਹੈ ਕਿ ਪਰਮਾਤਮਾ ਤੋਂ ਮਨੁੱਖ ਦਾ ਜਿਹੜਾ ਵਿਛੋੜਾ ਹੋਇਆ ਹੈ ਉਹ ਹੋਇਆ ਹੈ ਪੂਰਬਲੇ ਕਰਮਾਂ ਕਰ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਮੇਲਣ ਦਾ ਢੰਗ ਕੀ ਹੈ, ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ, ਕਿ ਚੇਤ ਦੇ ਮਹੀਨੇ ਵਿੱਚ ਇੱਕੋ ਇੱਕ ਮਨੁੱਖ ਹੈ ਜਿਸ ਨੂੰ ਚੇਤਾ ਕਰਨ ਦੀ, ਜਿਸ ਨੂੰ ਸਿਮਰਤੀ ਕਰਨ ਦੀ, ਜਿਸ ਨੂੰ ਸਿਮਰਨ ਕਰਨ ਦਾ
ਪਰਮਾਤਮਾ ਨੇ ਬਲ ਦਿੱਤਾ ਹੈ। ਮਨੁੱਖ ਜਨਮ ਤੋਂ ਬਗੈਰ ਕਿਸੇ ਨੂੰ ਸਿਮਰਨ ਦੀ ਬੁੱਧੀ ਨਹੀਂ ਦਿੱਤੀ। ਉਹਨਾਂ ਨੂੰ ਖਾਣ ਦੀ, ਪੀਣ ਦੀ, ਭੋਗਣ ਦੀ ਬੁੱਧ ਦਿੱਤੀ ਹੈ। ਕੇਵਲ ਤੇ ਕੇਵਲ ਇੱਕੋ ਇੱਕ ਮਨੁੱਖ ਹੈ ਜੋ ਚੇਤੇ ਕਰ ਸਕਦਾ ਹੈ, ਸਿਮਰ ਸਕਦਾ ਹੈ। ਤੇ ਫਿਰ ਅੱਗੇ ਤਾਕੀਦ ਕੀ ਕੀਤੀ ਹੈ? ਚੇਤ ਗੋਬਿੰਦ ਅਰਾਧੀਏ। ਮਨੁੱਖ ਹੋਰ ਵੀ ਕਈ ਕੁਛ ਅਰਾਧਦਾ ਹੈ। ਕਾਮ ਦੀ ਵਾਸ਼ਨਾ ਦੀ ਆਰਾਧਨਾ ਕਰਦਾ, ਧਨ ਦੀ ਆਰਾਧਨਾ ਕਰਦਾ, ਲਾਲਚ ਦੀ ਕਰਦਾ, ਲੋਭ ਦੀ ਕਰਦਾ, ਹੰਕਾਰ ਦੀ ਵੀ ਕਰ ਸਕਦਾ ਹੈ। ਜਿਹਦੇ ਕੋਲ ਬਲ ਹੁੰਦਾ ਹੈ ਉਹ ਆਪਣੇ ਬਲ ਦਾ ਵੀ ਚਿੰਤਨ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਚੇਤ ਗੋਬਿੰਦ ਅਰਾਧੀ ਹੈ ਕਿ ਜੇ ਤੂੰ ਸੁਖੀ ਹੋਣਾ ਹੈ ਤੇ ਚੇਤ ਦੇ ਮਹੀਨੇ ਨੂੰ ਆਪਾਂ ਚੇਤਾ ਵੀ ਕਹਿੰਦੇ ਵੀ ਚੇਤਾ ਕਰ। ਜੇਕਰ ਤੂੰ ਪਰਮਾਤਮਾ ਨੂੰ ਮਿਲਣਾ ਹੈ ਤੇ ਚੇਤ ਦੇ ਮਹੀਨੇ 'ਚ ਕੀ ਕਰ? ਚੇਤਾ ਕਰ ਉਸ ਗੋਬਿੰਦ ਦਾ। ਚੇਤ ਗੋਬਿੰਦ ਅਰਾਧੀ ਹੈ। ਫਿਰ ਹੋਵੇਗਾ ਕੀ? ਹੋਵੇ ਆਨੰਦ ਘਣਾ। ਘਣਾ ਕਹਿੰਦੇ ਨੇ ਬਹੁਤ ਨੂੰ, ਜ਼ਿਆਦੇ ਨੂੰ। ਤੇ ਜੇਕਰ ਤੂੰ ਚੇਤ ਦੇ ਮਹੀਨੇ ਵਿੱਚ ਗੋਬਿੰਦ ਦੀ ਆਰਾਧਨਾ ਕਰੇਗਾ ਤੇ ਤੈਨੂੰ ਆਨੰਦ, ਸੁਖ, ਰਸ ਪ੍ਰਾਪਤ ਹੋਵੇਗਾ। ਕਿੱਦਾਂ ਹੋਵੇਗਾ? ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ। ਇਹ ਸਾਧੂਆਂ ਦੀ ਸੰਗਤ ਕਰਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਜਿਹੋ ਜਿਹੀ ਉਹਨੂੰ ਸੰਗਤ ਹੋ ਜਾਂਦੀ ਹੈ ਉਹੋ ਜਿਹਾ ਉਹਦੇ ਵਿਚਾਰ ਹੋ ਜਾਂਦੇ ਨੇ। ਤੇ ਜਿਹੋ ਜਿਹਾ ਵਿਚਾਰ ਹੋ ਜਾਂਦੇ ਨੇ ਉਹੋ ਜਿਹੇ ਉਸਦੇ ਕਰਮ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਚੇਤ ਗੋਬਿੰਦ ਅਰਾਧੀ ਹੈ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ। ਤੇ ਜਿੱਥੇ ਆਪ ਜੀ ਬੈਠੇ ਹੋ ਇਸੇ ਹੀ ਸਤਸੰਗ ਨੂੰ ਕਿਹਾ ਹੈ ਕਿ ਇਸ ਸਤਸੰਗ ਦੇ ਵਿੱਚ ਆ ਕੇ ਪਰਮਾਤਮਾ ਦੀ ਮਹਿਮਾ ਸੁਣ ਕੇ, ਸਰਵਣ ਕਰਕੇ ਤੇ ਗੋਬਿੰਦ ਦੀ ਆਰਾਧਨਾ ਕਰੋ। ਅਗਲਾ ਮਹੀਨਾ ਵਿਸਾਖ ਧੀਰਨ ਕਿਉ ਵਾਢੀਐ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੁਰੋ। ਤੇ ਵਿਸਾਖ ਦੇ ਮਹੀਨੇ ਵਿੱਚ ਵੀ ਇਹੀ ਉਪਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਦੁਖੀ ਹੋ ਤੇ ਦਾ ਕਾਰਨ ਹੈ ਕਿ ਪਰਮਾਤਮਾ ਦਾ ਵਿਛੋੜਾ। ਅੱਗੇ ਜੇਠ ਚੇਤ ਵਿਸਾਖ ਜੇਠ ਵੱਡਾ ਹੈ। ਜੇਠ ਕਰਕੇ ਵੱਡੇ ਨੂੰ ਕਿਹਾ ਹੈ ਕਿ ਜੇਠ ਦੇ ਤੂੰ ਵੱਡੇ ਨਾਲ ਜੁੜ। ਤੇ ਵੱਡਾ ਕੌਣ ਹੈ? ਪਰਮਾਤਮਾ। ਅਸਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ। ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਨੇ ਉਹਨਾਂ ਨੂੰ ਅਸਾੜ ਦਾ ਮਹੀਨਾ ਤਪਿਆ ਹੋਇਆ ਲੱਗਦਾ ਹੈ। ਇੱਕ ਪਾਸੇ ਤਪਸ਼ ਹੈ ਤੇ ਦੂਸਰੇ ਪਾਸੇ ਠੰਡਕ ਹੈ, ਉਹ ਹੈ ਪਰਮਾਤਮਾ ਦਾ ਨਾਮ। ਤੇ ਇਸੇ ਤਰ੍ਹਾਂ ਹੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ। ਪੋਹ ਦਾ ਮਹੀਨਾ ਉਦੋਂ ਬਹੁਤ ਸਰਦੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਨਾਮ ਨਾਲ ਜਿਹੜੇ ਜੁੜੇ ਹੋਏ ਹੁੰਦੇ ਨੇ ਨਾ ਉਹਨਾਂ ਨੂੰ ਗਰਮੀ ਪਾਉਂਦੀ ਹੈ ਤੇ ਨਾ ਉਹਨਾਂ ਨੂੰ ਠੰਡ ਪਾਉਂਦੀ ਹੈ। ਉਹ ਇੱਕ ਰਸ ਪਰਮਾਤਮਾ ਦੇ ਰਸ ਵਿੱਚ ਰੱਤੇ ਰਹਿੰਦੇ ਨੇ। ਕਹਿਣ ਦਾ ਭਾਵ ਸਿਰਫ ਇੰਨਾ ਹੀ ਹੈ ਕਿ ਗੁਰਬਾਣੀ ਨੂੰ ਕਿਤੋਂ ਪੜ੍ਹੋ, ਕਿਤੋਂ ਵੀ ਦਰਸ਼ਨ ਕਰੋ ਤੇ ਉਹਦਾ ਜੋ ਉਪਦੇਸ਼ ਹੈ ਉਹ ਹੈ ਪਰਮਾਤਮਾ ਦੇ ਨਾਲ ਜੁੜਨ ਦਾ। ਅੱਜ ਹੋਲੀ ਹੈ ਤੇ ਹੋਲੀ ਦਾ ਇਤਿਹਾਸ ਵੀ ਪੜ੍ਹ ਕੇ ਦੇਖ ਲਓ, ਸਰਵਣ ਕਰਕੇ ਦੇਖ ਲਓ। ਹੋਲਕਾ ਹਰਨਾਕਸ਼ ਦੀ ਭੈਣ ਸੀ ਤੇ ਸਤਿਗੁਰੂ ਜੀ ਕਹਿੰਦੇ ਨੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਤੇ ਜੇ ਹੁਣ ਆਪਾਂ ਪ੍ਰਹਲਾਦ ਦੀ ਕਰੀਏ ਗੱਲ ਤੇ ਹਰਨਾਕਸ਼ ਨੇ ਪ੍ਰਹਲਾਦ ਨੂੰ ਮਾਰਨ ਦੇ ਯਤਨ ਕੀਤੇ। ਕਿਉਂ ਕੀਤੇ? ਕਿ ਉਹ ਪਰਮਾਤਮਾ ਨੂੰ ਮੰਨਦਾ ਸੀ। ਤੇ ਹਰਨਾਕਸ਼ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਿ ਸਭ ਕੁਝ ਮੈਂ ਸਤਾਧਾਰੀ ਹਾਂ ਤੇ ਸਭ ਕੁਝ ਮੈਂ ਹੀ ਹਾਂ। ਪਰ ਜਿਹੜਾ ਭਗਤ ਪ੍ਰਹਲਾਦ ਸੀ ਉਹ ਪਰਮਾਤਮਾ ਨੂੰ ਮੰਨਦਾ। ਤੇ ਉਹਦੀ ਸ਼ੁਰੂਆਤ ਕਿੱਥੋਂ ਹੋਈ? ਜਦੋਂ ਤੋਂ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੈ ਤੇ ਸਭ ਤਰ੍ਹਾਂ ਦੇ ਮਨੁੱਖ ਪੈਦਾ ਕੀਤੇ ਨੇ। ਲੜਨ ਵਾਲੇ ਵੀ, ਜਿਹੜੇ ਦੈਂਤ ਬਿਰਤੀ ਵਾਲੇ ਵੀ ਨੇ ਤੇ ਦੇਵ ਬਿਰਤੀ ਵਾਲੇ। ਇਹਨਾਂ ਦੋਵਾਂ ਦਾ ਆਪਸ ਵਿੱਚ ਤਕਰੀਬਨ ਯੁੱਧ ਹੁੰਦਾ ਰਿਹਾ ਹੈ ਤੇ ਜ਼ਿਆਦਾਤਰ ਤਾਂ ਦੈਂਤ ਹੀ ਜਿੱਤਦੇ ਰਹੇ ਨੇ। ਕਿਉਂਕਿ ਜਿੱਥੇ ਵੀ ਧਰਮ ਦਾ ਤੇ ਰਾਜਨੀਤੀ ਦਾ ਟਕਰਾਓ ਹੋਏਗਾ ਉੱਥੇ ਹਮੇਸ਼ਾ ਰਾਜਨੀਤੀ ਜਿੱਤੇਗੀ, ਧਰਮ ਹਾਰੇਗਾ। ਕਾਰਨ ਕੀ ਹੈ? ਕਿ ਧਰਮੀ ਬੰਦਿਆਂ ਨੇ ਧਰਮ ਦੀ ਗੱਲ ਕਰਨੀ ਹੈ ਤੇ ਜੇਕਰ ਉਹਨਾਂ ਕੋਲ ਗੱਲ ਕਰਦਿਆਂ ਇੱਕ ਗੱਲ ਵੀ ਅਧਰਮ ਦੀ ਹੋ ਗਈ ਤੇ ਰਾਜਨੀਤਿਕਾਂ ਨੇ ਉਹਦੀ ਆਲੋਚਨਾ ਕਰ ਦੇਣੀ। ਆਹ ਗੱਲ ਕਰ ਦਿੱਤੀ, ਇਹ ਕਾਹਦੇ ਸੰਤ ਆ, ਇਹ ਕਾਹਦੇ ਧਰਮੀ ਆ। ਤੇ ਰਾਜਨੀਤੀ ਨੂੰ
ਸਾਰੇ ਹੀ ਦਾ ਪੇਚ ਸ਼ਾਮ ਦਾਮ ਡੰਡ ਭੇਦ ਸਾਰੇ ਹੀ ਲਾਗੂ ਨੇ। ਉਹ ਚੋਰੀ ਕਰਨ, ਉਹ ਠੱਗੀ ਕਰਨ, ਉਹ ਜਾਤੀ ਕਰਨ। ਜ਼ਿਆਦਾਤਰ ਤਾਂ ਦੇਵਤਿਆਂ ਦਾ ਤੇ ਦੈਂਤਾਂ ਦਾ ਯੁੱਧ ਹੁੰਦਾ ਰਿਹਾ ਹੈ ਤੇ ਜ਼ਿਆਦਾ ਤਾਂ ਦੇਵਤੇ ਹੀ ਹਾਰ ਖਾਂਦੇ ਰਹੇ ਨੇ। ਪਰ ਇੱਕ ਵਾਰ ਪਰਮਾਤਮਾ ਨੇ ਕਿਰਪਾ ਕੀਤੀ ਤੇ ਦੇਵਤਿਆਂ ਦਾ ਤੇ ਦੈਂਤਾਂ ਦਾ ਯੁੱਧ ਹੋ ਗਿਆ। ਯੁੱਧ ਹੋਇਆ ਤਾਂ ਉਹਦੇ ਵਿੱਚ ਜਿਹੜੇ ਦੈਂਤ ਸੀ ਉਹਨਾਂ ਨੂੰ ਛੱਡ ਕੇ ਭੱਜਣਾ ਪਿਆ। ਹਰਨਾਕਸ਼ ਨੂੰ ਆਪਣੀ ਰਾਜਧਾਨੀ ਛੱਡ ਕੇ ਭੱਜਣਾ ਪਿਆ ਤੇ ਇੰਦਰ ਨੇ ਹਰਨਾਕਸ਼ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਆਪਦੇ ਨਾਲ ਆਪਦੇ ਆਸ਼ਰਮ ਨੂੰ, ਆਪਣੇ ਸਥਾਨ ਨੂੰ ਲੈ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਨਾਰਦ ਮੁਨੀ ਮਿਲ ਗਿਆ। ਨਾਰਦ ਮੁਨੀ ਕਹਿਣ ਲੱਗਾ, ਇਹ ਕੌਣ ਨੇ? ਕਿ ਇਹ ਹਰਨਾਕਸ਼ ਦੀ ਪਤਨੀ ਹੈ ਤੇ ਦੈਂਤ ਜਿਹੜੇ ਨੇ ਉਹ ਸਾਨੂੰ ਬਹੁਤ ਤੰਗ ਕਰਦੇ ਨੇ ਤੇ ਇਹ ਜਿਹੜੀ ਹੈਗੀ ਹੈ ਇਹਦੇ ਪੇਟ ਵਿੱਚ ਹਰਨਾਕਸ਼ ਦੀ ਔਲਾਦ ਹੈ ਤੇ ਮੈਂ ਇਹਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਹੈ ਕਿ ਇਹ ਵੱਡੇ ਹੋ ਕੇ ਜਿਹੜੀ ਇਹਦੀ ਔਲਾਦ ਹੈ ਉਹ ਜਦੋਂ ਵੱਡੀ ਹੋਏਗੀ ਸਾਨੂੰ ਫੇਰ ਤੰਗ ਕਰੇਗੀ ਤੇ ਮੈਂ ਇਹਨੂੰ ਨਾਲ ਲੈ ਆਇਆ ਹਾਂ। ਤੇ ਜੇਕਰ ਇਹਦੇ ਪੇਟ ਤੋਂ ਜਿਹੜਾ ਬੱਚਾ ਹੈ ਉਹ ਬੇਟਾ ਹੋਇਆ ਤੇ ਮੈਂ ਇਹਨੂੰ ਮਾਰ ਦਿਆਂਗਾ, ਜੇ ਬੇਟੀ ਹੋਈ ਤੇ ਕੁਛ ਨਹੀਂ ਕਰਾਂਗਾ। ਤੇ ਨਾਰਦ ਮੁਨੀ ਕਹਿਣ ਲੱਗੇ ਕਿ ਇਹ ਜਿਹੜੀ ਕੰਮ ਹੈ ਨਾ ਇਹ ਦੈਂਤਾਂ ਨੂੰ ਤਾਂ ਸ਼ੋਭਾ ਦਿੰਦਾ ਹੈ ਪਰ ਦੇਵਤਿਆਂ ਨੂੰ ਸ਼ੋਭਾ ਨਹੀਂ ਦਿੰਦਾ। ਦੇਵਤੇ ਇਹ ਨਹੀਂ ਕਰਦੇ ਤੇ ਤੂੰ ਇੰਜ ਕਰ ਕੇ ਤੂੰ ਯੋਧਾ ਹੈ ਤੇ ਤੂੰ ਸ਼ਾਸਤਰ ਦਾ ਬਲ ਜਾਣਦਾ ਹੈ ਪਰ ਸ਼ਾਸਤਾਰ ਦਾ ਮਤਲਬ ਗ੍ਰੰਥਾਂ ਦਾ ਬਲ ਤੂੰ ਨਹੀਂ ਜਾਣਦਾ। ਤੂੰ ਇਹਨੂੰ ਛੱਡ ਦੇ, ਇਹਨੂੰ ਮੇਰੇ ਨਾਲ ਭੇਜ ਦੇ, ਮੈਂ ਇਹਨੂੰ ਆਪਣੇ ਆਸ਼ਰਮ ਵਿੱਚ ਰੱਖਾਂਗਾ। ਉਹ ਕਹਿੰਦੇ ਠੀਕ ਆ, ਜੇ ਸ਼ਾਸਤਰ ਦਾ ਬਲ ਤਾਂ ਅਸੀਂ ਜਾਣਦੇ ਹਾਂ, ਸ਼ਾਸਤਰ ਦਾ ਨਹੀਂ ਜਾਣਦੇ, ਤੁਸੀਂ ਉੱਥੇ ਲੈ ਜਾਓ। ਉਹ ਆਪਣੇ ਆਸ਼ਰਮ 'ਚ ਲੈ ਆਏ ਤੇ ਨਾਰਦ ਮੁਨੀ ਭਗਤੀ ਦਾ ਅਵਤਾਰ ਨੇ। ਉਹ ਸਭ ਨੂੰ ਭਗਤੀ ਕਰਨ ਪਾਸੇ ਹੀ ਲਾਉਂਦੇ ਨੇ ਤੇ ਉਹਨਾਂ ਦੇ ਆਸ਼ਰਮ ਵਿੱਚ ਹਮੇਸ਼ਾ ਪ੍ਰੇਮਾ ਭਗਤੀ ਦੇ ਗੀਤ ਗਾਉਂਦੇ ਸੀ, ਪਾਠ ਕਰਦੇ ਸਨ। ਜਿੰਨਾ ਵੀ ਉਹਨਾਂ ਦਾ ਸੀ ਪ੍ਰੇਮਾ ਭਗਤੀ ਦਾ ਸੀ। ਤੇ ਉਹ ਜਦੋਂ ਉੱਥੇ ਆ ਗਈ ਹਰਨਾਕਸ਼ ਦੀ ਪਤਨੀ, ਉਹ ਉੱਥੇ ਭਗਤੀ ਭਾਵ ਦੇ ਗੀਤ ਸੁਣਦੀ ਰਹੀ। ਕੁਛ ਦਿਨ ਵਿਰੋਧ ਕਰਦੇ ਰਹੀ, ਹੌਲੀ ਹੌਲੀ ਉਹਦੇ ਮਨ ਵਿੱਚ ਵੀ ਭਗਤੀ ਭਾਵ ਪੈਦਾ ਹੋ ਗਿਆ। ਉਹ ਵੀ ਭਗਤੀ ਕਰਨ ਲੱਗ ਪਈ ਤੇ ਉਹਦਾ ਜਿਹੜਾ ਬੇਟਾ ਸੀ ਅੰਦਰ ਪੇਟ ਵਿੱਚ ਉਹ ਵੀ ਸੁਣਦਾ ਰਿਹਾ। ਤੇ ਜਦੋਂ ਉਹਨੇ ਜਨਮ ਲਿਆ ਤੇ ਉਹ ਪ੍ਰਹਲਾਦ ਨਿਕਲਿਆ। ਪ੍ਰਹਲਾਦ ਨੇ ਜਦੋਂ ਹਰਨਾਕਸ਼ ਨੂੰ ਮੁੜ ਕੇ ਆਪਣੀ ਜਗ੍ਹਾ ਪ੍ਰਾਪਤ ਹੋਈ ਤਾਂ ਆਪਣੀ ਪਤਨੀ ਨੂੰ ਲੈ ਗਿਆ। ਉੱਥੇ ਜਾ ਕੇ ਬੱਚੇ ਨੇ ਜਨਮ ਲਿਆ ਤੇ ਉਹ ਜਿਹੜਾ ਸੀ ਉਹ ਪ੍ਰਹਲਾਦ ਨਿਕਲਿਆ। ਇਸ ਕਰਕੇ ਉਹਦੇ ਅੰਦਰ ਜਿਹੜੇ ਭਾਵ ਸਨ ਉਹ ਭਗਤੀ ਭਾਵ ਦੇ ਸੀ, ਕਿਉਂਕਿ ਉਹਨੂੰ ਪਹਿਲਾਂ ਹੀ ਭਗਤਾਂ ਦੀ ਸੰਗਤ ਹੋ ਗਈ ਸੀ ਮਾਤਾ ਦੇ ਪੇਟ ਦੇ ਵਿੱਚ। ਤੇ ਉਹ ਪ੍ਰਹਲਾਦ ਨਿਕਲਿਆ। ਹਰਨਾਕਸ਼ ਉਹਨੂੰ ਤੰਗ ਕਰਦਾ ਸੀ ਕਿ ਤੂੰ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਕਰ, ਕਿਉਂਕਿ ਜਦੋਂ ਬਾਡੀ ਦਾ ਬਲ ਹੁੰਦਾ ਹੈ ਤਾਂ ਉਹ ਆਪਣਾ ਬਲ ਹੀ ਮਨਾ ਕੇ ਰਾਜੀ ਹੁੰਦਾ। ਪਰ ਜਿਹੜਾ ਪ੍ਰਹਲਾਦ ਸੀ ਉਹ ਭਗਤ ਸੀ, ਉਹ ਨਹੀਂ ਮੰਨਦਾ ਸੀ। ਇਸ ਕਰਕੇ ਉਹ ਉਹਨੂੰ ਮਾਰਦਾ ਸੀ। ਅਨੇਕਾਂ ਤਰੀਕਿਆਂ ਨਾਲ ਮਾਰਨ ਦਾ ਯਤਨ ਕੀਤਾ, ਆਪ ਇਤਿਹਾਸ ਤੋਂ ਸਭ ਜਾਣੂ ਹੋ। ਤੇ ਹੋਲਕਾ ਨੂੰ ਵਰ ਸੀ ਕਿ ਉਹ ਅੱਗ ਦੇ ਵਿੱਚ ਨਹੀਂ ਸੜੇਗੀ ਤੇ ਉਹਨੇ ਸਾੜਨ ਦਾ ਯਤਨ ਕੀਤਾ, ਪਰ ਜਿਹੜੀ ਉਹਦਾ ਕੰਬਲ ਸੀ ਜਾਂ ਜੋ ਉੱਤੇ ਲੈਂਦੀ ਸੀ ਕੱਪੜਾ ਸੀ ਉਹ ਪ੍ਰਹਲਾਦ ਦੇ ਉੱਤੇ ਪੈ ਗਿਆ ਤੇ ਹੋਲਕਾ ਸੜ ਗਈ। ਪਰ ਅਜੇ ਵੀ ਸਨਾਤਨ ਮਤ ਨੂੰ ਮੰਨਦਾ ਕਿ ਹੋਲੀ ਹੈ, ਹੋਲੀ ਹੈ, ਕਿ ਅੱਜ ਹੋਲੀ ਹੈ, ਹਾਲਾਂਕਿ ਉਹ ਬਹੁਤ ਦੇਰ ਦੀ ਸੜ ਗਈ ਹੈ। ਪਰ ਜਿਹੜੀ ਭਗਤੀ ਦੀ ਗੱਲ ਹੈ ਕਿ ਜੇ ਭਗਤ ਹਰ ਯੁੱਗ ਯੁੱਗ, ਉਦੋਂ ਤਾਂ ਰਾਮ ਨਹੀਂ ਸੀ, ਅਜੇ ਉਦੋਂ ਤਾਂ ਰਾਮ ਦਾ ਅਵਤਾਰ ਵੀ ਨਹੀਂ ਹੋਇਆ, ਪਰ ਜਿਹੜਾ ਪ੍ਰਹਲਾਦ ਸੀ ਉਹ ਪਰਮਾਤਮਾ ਦਾ ਜਾਪ ਕਰਦਾ ਹੈ। ਇਸ ਕਰਕੇ ਗੁਰਮਤਿ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਸਤੇ ਪ੍ਰੇਰਨਾ ਹੈ ਕਿ ਹਰ ਥਾਂ ਪਰਮਾਤਮਾ ਦਾ ਨਾਮ ਜਪਣਾ। ਉਹਦੇ ਨਾਲ ਕੀ ਹੁੰਦਾ, ਜਿਹਦਾ ਮਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ, ਜੋ ਅੱਜ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਹਦੀ ਵੀ ਥੋੜ੍ਹੀ ਵਿਚਾਰ ਕਰ ਲਈਏ। ਪਹਿਲਾਂ ਸੰਤ ਸਵਰਨ ਸਿੰਘ ਜੀ ਆਪਾਂ ਨੂੰ ਪੂਰਾ ਹੁਕਮਨਾਮਾ ਸਰਵਣ ਕਰਾਉਂਦੇ ਨੇ, ਫਿਰ ਆਪਾਂ ਪੰਕਤੀ ਪੰਕਤੀ ਦੀ ਥੋੜ੍ਹੀ ਵਿਚਾਰ ਕਰਾਂਗੇ। ਟਾਈਮ ਵੀ ਮੈਂ ਖਿਆਲ ਹੀ ਨਹੀਂ ਕੀਤਾ। ਸਤਨਾਮ। ਹੁਣ ਸਵਰਨ ਸਿੰਘ ਜੀ। ਸ੍ਰੀ ਵਾਹਿਗੁਰੂ ਜੀ। ਬਹਿਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ
ਜੋ ਕਿਛ ਕਰੇ ਸੋ ਆਪੇ ਸੁਆਮੀ। ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ। ਹਰ ਆਪੇ ਬੋਲ ਬੁਲਾਵੈ, ਹਰ ਆਪੇ ਪੰਚ ਤਤ ਵਿਸਥਾਰਾ। ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤ ਗੁਰ ਮੇਲੇ ਆਪੇ। ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੈਰਾੜੀ ਰਾਗ ਦੇ ਵਿੱਚ ਉਚਾਰਨ ਕੀਤੇ ਹਨ। ਹਰ ਜਨ ਤੇ ਇੱਥੇ ਪਰਮਾਤਮਾ ਦੇ ਭਗਤਾਂ ਦੀ ਤੇ ਸੰਸਾਰ ਦੀ ਦੋਵਾਂ ਦਾ ਪੱਖ ਸਪਸ਼ਟ ਕੀਤਾ ਹੈ ਕਿ ਜੋ ਕੁਝ ਕਰਦਾ ਕਰਾਉਂਦਾ ਹੈ ਉਹ ਪਰਮਾਤਮਾ ਹੀ ਹੈ। ਹਰ ਜਨ ਰਾਮ ਨਾਮ ਗੁਣ ਗਾਵੈ। ਜਿਹੜੇ ਹਰੀ ਦੇ ਜਨ ਹਨ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਅਭੇਦਤਾ ਪ੍ਰਾਪਤ ਹੋ ਗਈ ਹੈ, ਜਾਂ ਇਹ ਕਹਿ ਲਓ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਮਿਲਣਾ ਹੈ, ਉਹ ਹਮੇਸ਼ਾ ਪਰਮਾਤਮਾ ਦੇ ਗੁਣ ਗਾਉਂਦੇ ਰਹਿਣ। ਹਰ ਜਨ ਰਾਮ ਨਾਮ ਗੁਣ ਗਾਵੇ। ਕਿ ਜਿਹੜੇ ਹਰੀ ਦੇ ਜਨ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਹਮੇਸ਼ਾ ਉਸ ਪ੍ਰਭੂ ਪਰਮਾਤਮਾ ਦਾ ਨਾਮ, ਉਹਦੀ ਮਹਿਮਾ, ਉਹਦੇ ਗੁਣ ਗਾਉਂਦੇ ਰਹਿਣੇ ਚਾਹੀਦੇ। ਉਹਨਾਂ ਦਾ ਸੁਭਾਅ ਹੀ ਬਣ ਜਾਂਦਾ ਹੈ ਕਿ ਉਹ ਹਮੇਸ਼ਾ ਪਰਮਾਤਮਾ ਦੇ ਗੁਣ ਹੀ ਗਾਉਂਦੇ ਨੇ। ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਜਿਸ ਤਰ੍ਹਾਂ ਦੈਂਤਾਂ ਤੇ ਦੇਵਤਿਆਂ ਦੀ ਗੱਲ ਹੈ, ਐਸਾ ਨਹੀਂ ਹੋਏਗਾ ਕਿ ਜੇ ਕੋਈ ਪਰਮਾਤਮਾ ਦੇ ਗੁਣ ਗਾਉਂਦੇ ਹਨ ਤੇ ਉਹਨਾਂ ਦਾ ਕੋਈ ਵਿਰੋਧੀ ਨਹੀਂ ਹੋਏਗਾ। ਵਿਰੋਧੀ ਵੀ ਹੋਏਗਾ ਹੋਏਗਾ, ਪਰ ਉਹਨਾਂ ਦਾ ਆਪਣਾ ਸੁਭਾਅ ਹੈ। ਜਿਸ ਤਰ੍ਹਾਂ ਬਿਆਸ ਦੀ ਸਾਖੀ ਹੁੰਦੀ ਹੈ, ਭਗਤ ਬਿਆਸ ਦੀ, ਕਿ ਉਹ ਇੱਕ ਦਿਨ ਨਦੀ ਦੇ ਕਿਨਾਰੇ ਤੁਰੇ ਜਾਂਦੇ ਸਨ ਤੇ ਕੀ ਦੇਖਦੇ ਨੇ ਕਿ ਇੱਕ ਬਿੱਛੂ ਪਾਣੀ ਦੇ ਵਿੱਚ ਰੁੜਿਆ ਜਾ ਰਿਹਾ ਹੈ। ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਕੋ ਬਾਹਰ ਨਹੀਂ ਨਿਕਲਿਆ ਜਾਂਦਾ। ਤੇ ਜਿਹੜੇ ਬਿਆਸ ਜੀ ਸਨ, ਉਹ ਦਇਆ ਦੇ ਪੁਤਲੇ ਸਨ, ਧਰਮੀ ਸਨ। ਉਹਨਾਂ ਨੇ ਸੋਚਿਆ ਕਿ ਮੈਂ ਇਹਨੂੰ ਹੱਥ ਨਾਲ ਚੱਕ ਕੇ ਬਾਹਰ ਕੱਢਦਾ। ਉਹ ਹੱਥ ਨਾਲ ਚੱਕ ਕੇ ਬਾਹਰ ਕੱਢਣ ਲੱਗੇ ਤੇ ਉਹਨੇ ਡੰਗ ਮਾਰਿਆ। ਜਦੋਂ ਉਹਨੇ ਡੰਗ ਮਾਰਿਆ ਤੇ ਉਹ ਫੇਰ ਵਿੱਚ ਡਿੱਗ ਪਿਆ। ਦੂਜੀ ਵਾਰ ਫੇਰ ਕੋਸ਼ਿਸ਼ ਕੀਤੀ, ਫੇਰ ਡੰਗ ਮਾਰਿਆ। ਤੇ ਇਸ ਚੀਜ਼ ਨੂੰ ਦੂਰ ਖੜਾ ਇੱਕ ਗੁਰਮੁਖ ਦੇਖਦਾ ਸੀ ਤੇ ਉਹਨੇ ਉਹ ਆਵਾਜ਼ ਦੇ ਕੇ ਕਿਹਾ ਕਿ ਭਗਤ ਜੀ ਇਹਨੂੰ ਨਾ ਕੱਢੋ। ਤੇ ਭਗਤ ਜੀ ਨੇ ਫਿਰ ਉਹਨੂੰ ਇੱਕ ਐਸੇ ਤਰੀਕੇ ਨਾਲ ਹੱਥ ਪਾਇਆ ਕਿ ਚੱਕ ਕੇ ਪਾਣੀ ਤੋਂ ਬਾਹਰ ਮਾਰਿਆ। ਤੇ ਬਾਹਰ ਮਾਰ ਕੇ ਤੇ ਜਿਹੜਾ ਉਹ ਗੁਰਮੁਖ ਸੀ ਉਹਨੂੰ ਕਹਿਣ ਲੱਗੇ, ਤੂੰ ਕੀ ਕਹਿੰਦਾ ਸੀ? ਤੇ ਉਹ ਕਹਿਣ ਲੱਗਾ ਕਿ ਭਗਤ ਜੀ ਮੈਂ ਦੇਖਦਾ ਸੀ ਕਿ ਇਹ ਤੁਹਾਡੇ ਡੰਗ ਮਾਰਦਾ ਹੈ ਤੇ ਤੁਸੀਂ ਇਹਨੂੰ ਪਾਣੀ ਤੋਂ ਬਾਹਰ ਨਾ ਕੱਢੋ। ਤੇ ਉਹ ਕਹਿਣ ਲੱਗੇ ਬਿਆਸ ਜੀ ਕਿ ਇਹਨੂੰ ਪਰਮਾਤਮਾ ਨੇ ਸੁਭਾਅ ਦਿੱਤਾ ਹੈ ਡੰਗ ਮਾਰਨ ਦਾ, ਤੇ ਮੈਨੂੰ ਪਰਮਾਤਮਾ ਨੇ ਸੁਭਾਅ ਦਿੱਤਾ ਹੈ ਦਇਆ ਕਰਨ ਦਾ। ਮੈਂ ਆਪਣੇ ਜੇ ਇਹ ਡੰਗ ਮਾਰਨ ਦਾ ਸੁਭਾਅ ਨਹੀਂ ਬਦਲਦਾ ਤੇ ਮੈਂ ਆਪਣਾ ਸੁਭਾਅ ਕਿਉਂ ਬਦਲ ਦੇਵਾਂ? ਉਹਨਾਂ ਨੇ ਉਹ ਬਾਹਰ ਕੱਢ ਦਿੱਤਾ। ਕਹਿਣ ਤੋਂ ਭਾਵ ਕਿ ਜਿਹੜਾ ਸੁਭਾਅ ਪਰਮਾਤਮਾ ਨੇ ਕਿਸੇ ਨੂੰ ਦੇ ਦਿੱਤਾ ਹੈ, ਜਿਹੋ ਜਿਹੀ ਉਹਨੂੰ ਸੰਗਤ, ਜਿਹੋ ਜਿਹਾ ਉਹਨੂੰ ਪਰਿਵਾਰ, ਜਿਹੋ ਜਿਹਾ ਰਹਿਣ ਸਹਿਣ ਦੇ ਦਿੱਤਾ ਹੈ, ਉਹਦੇ ਉਹੋ ਜਿਹਾ ਸੁਭਾਅ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਗੁਰਮੁਖਾਂ ਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਤਮੰਨਾ ਹੁੰਦੀ ਹੈ, ਉਹ ਕੀ ਕਰਦੇ ਨੇ? ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੇ, ਆਪਣਾ ਗੁਣ ਨਾ ਗਵਾਵੇ ਰਹਾ। ਤੇ ਜੇਕਰ ਉਹਨਾਂ ਦੀ ਕੋਈ ਨਿੰਦਿਆ ਕਰਦਾ ਹੈ, ਐਸਾ ਨਹੀਂ ਹੋਏਗਾ ਕਿ ਉਹਨਾਂ ਦੀ ਕੋਈ ਨਿੰਦਿਆ ਨਾ ਕਰੇ, ਕਿਉਂਕਿ ਪਰਮਾਤਮਾ ਨੇ ਅਨੇਕਾਂ ਧਰਮ ਦੀ, ਅਨੇਕਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤੇ ਜਿਹੜੀ ਗੱਲ ਮੈਨੂੰ ਅਨੁਕੂਲ ਹੈ ਉਹ ਦੂਜੇ ਨੂੰ ਪ੍ਰਤੀਕੂਲ ਹੈ, ਉਹਨੂੰ ਉਹ ਪਸੰਦ ਨਹੀਂ ਹੈ। ਤੇ ਜਿੱਥੇ ਪਸੰਦ ਨਹੀਂ ਹੁੰਦਾ
ਉੱਥੇ ਉਹਦਾ ਬੰਦਾ ਵਿਰੋਧ ਕਰਦਾ ਹੈ। ਇਸ ਕਰਕੇ ਪਰਮਾਤਮਾ ਜਿਹੜੇ ਇਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਭਗਤ ਨੇ, ਉਹ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ। ਪਰਮਾਤਮਾ ਦੀ ਭਗਤੀ ਦਾ, ਪਰਮਾਤਮਾ ਦੇ ਰਸ ਦਾ, ਹੈਰਾਨੀ ਦੀ ਗੱਲ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਪਰ ਕਦੀ ਵੀ ਕਿਸੇ ਦੇ ਨਾਲ ਪਰਮਾਤਮਾ ਨੇ ਵਿਰੋਧ ਨਹੀਂ ਕੀਤਾ। ਜਿੱਥੇ ਆਪਾਂ ਬੈਠੇ ਹਾਂ ਆਕਾਸ਼, ਆਪਾਂ ਆਕਾਸ਼ ਦੇ ਵਿੱਚ ਬੈਠੇ ਹਾਂ ਜਿਹਦੀ ਖਾਲੀ ਜਗ੍ਹਾ ਹੈ, ਪਰਮਾਤਮਾ ਇਹਦੇ ਵਿੱਚ ਵੀ ਵਿਆਪਕ ਹੈ, ਪਰ ਕਦੀ ਉਹਨੇ ਕਿਸੇ ਦਾ ਵਿਰੋਧ ਨਹੀਂ ਕੀਤਾ। ਤੇ ਜਿਹੜੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ, ਉਹਨਾਂ ਦੇ ਮਨ ਵਿੱਚੋਂ, ਉਹਨਾਂ ਦੀ ਬੁੱਧ ਵਿੱਚੋਂ ਕਿੰਤੂ ਤੇ ਪਰੰਤੂ ਖਤਮ ਹੋ ਜਾਂਦਾ ਵੀ ਇਹ ਕਿਉਂ ਇਦਾਂ ਕਰਦੇ ਨੇ, ਇਹ ਕਿਉਂ ਨਹੀਂ ਇਦਾਂ ਕਰਦਾ, ਇਹਨੂੰ ਇਦਾਂ ਕਰਨੀ ਚਾਹੀਦੀ ਆ। ਉਹ ਨਹੀਂ ਕਹਿੰਦੇ। ਕਿਉਂ ਉਹ ਦੇਖਦੇ ਨੇ ਕਿ ਜੋ ਕੁਝ ਕਰਵਾ ਰਿਹਾ ਹੈ ਉਹ ਪਰਮਾਤਮਾ ਹੀ। ਇਹ ਜਿਹੜੀ ਰਹਾਉ ਵਾਲੀ ਪੰਕਤੀ ਹੈ, ਇਹਦੇ ਵਿੱਚ ਸਤਿਗੁਰਾਂ ਨੇ ਪਰਮਾਤਮਾ ਦੇ ਰੰਗ ਵਿੱਚ ਰੱਤੇ ਹੋਏ ਤੇ ਜੋ ਉਹਨਾਂ ਦਾ ਸੁਭਾਅ ਹੁੰਦਾ ਹੈ ਉਸ ਨੂੰ ਬਿਆਨ ਕੀਤਾ ਹੈ। ਇਸ ਕਰਕੇ ਸਤਿਗੁਰੂ ਜੀ ਇਸ ਰਹਾਉ ਦੀ ਪੰਕਤੀ ਦੇ ਵਿੱਚ ਦੋਵੇਂ ਗੱਲਾਂ ਜ਼ਾਹਰ ਕਰਦੇ ਨੇ, ਜਿਹੜੇ ਪਰਮਾਤਮਾ ਦੇ ਜਨ ਨੇ ਉਹਨਾਂ ਦੀ ਵੀ, ਤੇ ਜਿਹੜੇ ਮਨਮੁਖ ਨੇ, ਨਿੰਦਿਆ ਕਰਨ ਵਾਲੇ ਨੇ, ਉਹਨਾਂ ਦੀ ਵੀ। ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੋਏ ਨੇ ਉਹ ਆਪਣਾ ਗੁਣ ਨਹੀਂ ਗਵਾਉਂਦੇ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਜੋ ਕੁਛ ਕਰੇ ਸੋ ਆਪੇ ਸੁਆਮੀ, ਉਹਨਾਂ ਨੂੰ ਦਿਸਦਾ ਹੈ, ਉਹਨਾਂ ਨੂੰ ਭਰਮ ਨਹੀਂ ਹੈ ਕਿ ਇਹ ਜੋ ਹੋ ਰਿਹਾ ਇਹ ਸਾਹਮਣੇ ਕਰਨ ਵਾਲਾ ਮਨੁੱਖ ਕਰਦਾ ਹੈ ਕਿ ਇਹਦੇ ਕੋਲੋਂ ਪਰਮਾਤਮਾ ਕਰਾ ਲਿਆ। ਉਹਨਾਂ ਨੂੰ ਇਹ ਸਪਸ਼ਟ ਹੈ ਕਿ ਜੋ ਕੁਝ ਵੀ ਕਰਾਉਂਦਾ ਹੈ ਉਹ ਪਰਮਾਤਮਾ ਹੀ ਕਰਵਾ ਰਿਹਾ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਤੇ ਜਿਸ ਤਰ੍ਹਾਂ ਦਾ ਕਿਸੇ ਕੋਲੋਂ ਕੁਝ ਕਰਵਾਉਣਾ ਹੁੰਦਾ ਹੈ, ਪਰਮਾਤਮਾ ਉਹਨੂੰ ਉਹੋ ਜੀ ਸੰਗਤ ਦੇ ਦਿੰਦਾ ਹੈ ਤੇ ਉਹਦਾ ਸੁਭਾਅ ਜਿਹੜਾ ਹੈ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਤੇ ਉਹ ਆਪੇ ਹੀ ਉਹ ਕਰਮ ਕਰਨ ਲੱਗ ਜਾਂਦਾ ਹੈ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਪਰਮਾਤਮਾ ਨੇ ਸਾਰੇ ਸੰਸਾਰ ਦੀ ਜਿਹੜੀ ਉਤਪਤੀ ਕੀਤੀ ਹੈ ਉਹ ਪੰਜਾਂ ਤੱਤਾਂ ਤੋਂ ਕੀਤੀ ਹੈ। ਤੇ ਜੇਕਰ ਮਨੁੱਖ ਕੋਈ ਕੁਝ ਕਰ ਸਕਦਾ ਹੈ, ਭਾਈ ਗੁਰਦਾਸ ਜੀ ਬਹੁਤ ਅੱਛਾ ਜਵਾਬ ਦਿੰਦੇ ਨੇ। ਉਹ ਕਹਿੰਦੇ ਨੇ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕੁਛ ਖਬਰ ਨਾ ਕਾਈ, ਪੰਜ ਤਤ ਕੀ ਜੜਤ ਕਰ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕੁਛ ਰਕਤ ਨਾ ਕਾਈ, ਪੰਜ ਤਤ ਕੀ ਜੜਤ ਕਰ। ਪੰਜਾਂ ਤੱਤਾਂ ਦੇ ਨਾਲ ਸਰੀਰ ਦੀ ਰਚਨਾ, ਸੰਸਾਰ ਦੀ ਰਚਨਾ ਕਰਕੇ ਤੇ ਜਿਹੜੀ ਆਤਮਾ ਸੀ ਉਹ ਵਿੱਚ ਟਿਕਾ ਦਿੱਤੀ। ਪੰਜ ਤਤ ਕੀ ਜੜਤ ਜਾਈ, ਪੰਚਮ ਛਟਮ ਵਿੱਚ ਆਕਾਸ਼ ਕਰ। ਆਪ ਕਰਤਾ ਅਦ੍ਰਿਸ਼ਟ ਸਮਾਈ। ਜਿਹੜੀ ਆਤਮਾ ਹੈ ਉਹ ਨਾ ਕਿਸੇ ਨੂੰ ਦਿਸਦੀ ਹੈ, ਨਾ ਕੋਈ ਸਪਰਸ਼ ਕਰ ਸਕਦਾ ਹੈ, ਉਹਨਾਂ ਪੰਜਾਂ ਤੱਤਾਂ ਦੇ ਵਿੱਚ ਹੀ ਸਮਾ ਗਈ ਹੈ। ਉਹਨੂੰ ਵੱਖਰਾ ਸਪੇਸ ਨਹੀਂ ਚਾਹੀਦਾ। ਤੇ ਜੇਕਰ ਇਸ ਤੋਂ ਕੋਈ ਅੱਗੇ ਕੋਈ ਹੋਰ ਕਰ ਸਕਦਾ ਤੇ ਛੇਵਾਂ ਤੱਤ ਕਰੇ, ਕਿਉਂਕਿ ਪਰਮਾਤਮਾ ਨੇ ਪੰਜ ਤੱਤਾਂ ਦਾ ਵਿਸਤਾਰਾ ਕਰਕੇ ਉਹਦੇ ਵਿੱਚ ਆਪਣਾ ਆਪ ਟਿਕਾ ਲਿਆ ਹੈ। ਇਸ ਕਰਕੇ ਉਹ ਕਿਸੇ ਨੂੰ ਸਪਸ਼ਟ ਨਹੀਂ ਹੁੰਦਾ, ਪ੍ਰਗਟ ਨਹੀਂ ਹੁੰਦਾ, ਤੇ ਜੋ ਦਿਸਦੇ ਨੇ ਉਹ ਪੰਜਾਂ ਤੱਤਾਂ ਦਾ ਹੀ ਵਿਸਤਾਰਾ ਹੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਜਿਨ੍ਹਾਂ ਦੀ ਬੇਨਤੀ ਪ੍ਰਵਾਨ ਹੋ ਜਾਂਦੀ ਹੈ, ਤੇ ਉਹਨੂੰ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਪਰਮਾਤਮਾ ਦੇ ਨਾਲ ਅਭੇਦ ਹੋਇਆਂ ਦੀ ਜਿਹੜੀ ਸੰਗਤ ਹੈ ਉਹ ਬਖਸ਼ ਦਿੰਦਾ। ਤੇ ਜਦੋਂ ਉਹ ਅਨੁਭਵੀਆਂ ਦੀ ਸੰਗਤ, ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸਕੇ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜਿਹਨੇ ਆਪ ਉਸ ਸਤ ਚਿਤ ਆਨੰਦ ਪਰਮਾਤਮਾ ਨੂੰ ਜਾਣ ਲਿਆ ਹੋਵੇ, ਉਹਦਾ ਅਨੁਭਵ ਕਰਦਾ ਹੋਵੇ, ਉਹਦਾ ਸੁੱਖ ਆਨੰਦ ਮਾਣਦਾ ਹੋਵੇ, ਤੇ ਉਦੋਂ ਜਿਸ ਨੂੰ ਪਰਮਾਤਮਾ ਨੇ ਆਪ ਦੇ ਨਾਲ ਅਭੇਦ ਕਰਨਾ ਹੁੰਦਾ ਹੈ, ਜਿਸ ਦੀ ਬੇਨਤੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ,
ਤੇ ਉਸ ਨੂੰ ਸਤ ਸੰਗਤ ਵਿੱਚ ਭੇਜ ਕੇ ਪੂਰਨ ਪੁਰਸ਼ਾਂ ਦੀ ਸੰਗਤ ਕਰਾ ਕੇ ਉਹਦੇ ਜਨਮ ਮਰਨ ਦਾ ਜਿਹੜਾ ਚੱਕਰ ਹੈ ਉਹ ਦੂਰ ਕਰ ਦਿੰਦਾ ਹੈ। ਇੱਥੇ ਹੀ ਹੁਣ ਸਮਾਪਤੀ ਹੈ। ਤੇ ਇਸ ਤੋਂ ਬਾਅਦ ਜੋ ਰੂਟੀਨ ਵਿੱਚ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਇਸ ਲੜੀ ਦੇ ਵਿੱਚ ਅਖੰਡ ਪਾਠ ਪ੍ਰਾਰੰਭ ਕਰਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਉਹ ਹੁਣ ਪਾਠਾਂ ਦੀ ਸੰਪੂਰਨਤਾ ਤੋਂ ਬਾਅਦ ਜੋ ਰੂਟੀਨ ਵਿੱਚ ਸਰੋਪੇ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਉਹਨ ਹੋ ਦੇਵ ਬਾਬਾ ਜੀ ਬਖਸ਼ਿਸ਼ ਕਰਨਗੇ। ਸੰਤ ਮਨਜੀਤ ਸਿੰਘ ਜੀ ਉਹਨਾਂ ਦਾ ਨਾਮ ਲੈਣਗੇ ਤੇ ਇਹ ਜਿਹੜਾ ਹੁਕਮਨਾਮਾ ਆਇਆ ਸੀ ਉਸ ਦੀ ਇੱਕ ਵਾਰ ਸ਼ਬਦ ਪੜ੍ਹ ਕੇ ਅਖੀਰਲੀਆਂ ਪੰਕਤੀਆਂ ਤੇ ਸਮਾਪਤੀ ਹੈ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦਾ ਜਵਾਬ ਫਤਿਹ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਭਾਗਾਂ ਵਾਲੇ ਹੋ। ਇਸ ਮਹਾਨ ਗੁਰਮਤਿ ਸਮਾਗਮ ਦੇ ਅੰਦਰ ਹਾਜ਼ਰੀਆਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਭਰ ਰਹੇ ਹੋ। ਕੁਝ ਸੰਗਤਾਂ ਲਾਈਵ ਜਿਹੜਾ ਕਿ ਚੈਨਲ ਤੇ ਪ੍ਰੋਗਰਾਮ ਚੱਲ ਰਿਹਾ ਹੈ ਉਸ ਦਾ ਆਨੰਦ ਮਾਣ ਰਹੀਆਂ ਹਨ। ਅੱਜ ਜਿੱਥੇ ਪੂਰਨਮਾਸ਼ੀ ਦਾ ਦਿਹਾੜਾ ਹੈ ਉੱਥੇ ਹੀ ਅੱਜ ਹੋਲੀ ਦਾ ਵੀ ਦਿਨ ਹੈ। ਸੰਗਤਾਂ ਭਰਪੂਰ ਆਈਆਂ ਹਨ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਹੁਣ ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੇ ਜਿਸ ਟਰਨ ਦਾ ਹੁਣੇ ਭੋਗ ਪਿਆ ਹੈ ਅਖੰਡ ਪਾਠ ਸਾਹਿਬ ਦਾ, ਉਸ ਟਰਨ ਦੇ ਨਾਮ ਲਿੱਤੇ ਜਾਣਗੇ ਸਤਸੰਗੀਆਂ ਦੇ। ਆ ਕਰਕੇ ਸਿਰਪਾਓ ਬਖਸ਼ਿਸ਼ ਲੈਣੀ ਹੈ। ਮੈਂ ਬੇਨਤੀ ਕਰਾਂਗਾ ਸੰਤ ਬਾਬਾ ਤਰਲੋਚਨ ਸਿੰਘ ਜੀ, ਸੰਤ ਬਾਬਾ ਅਮਰਜੀਤ ਸਿੰਘ ਜੀ, ਬਾਬਾ ਭੋਲਾ ਜੀ, ਬਾਬਾ ਗੁਰਮੇਜ ਸਿੰਘ ਜੀ, ਬਾਬਾ ਅਜਮੇਰ ਸਿੰਘ ਜੀ ਆ ਕੇ ਸਿਰਪਾਓ ਦੀ ਬਖਸ਼ਿਸ਼ ਉਹਨਾਂ ਸਤਸੰਗੀਆਂ ਨੂੰ ਦੇਣਗੇ। ਸਭ ਤੋਂ ਪਹਿਲਾਂ ਨਾਮ ਸਰਦਾਰ ਗੁਰਮੀਤ ਸਿੰਘ ਅਮਰੀਕਾ, ਸਵਰਗੀ ਸਰਦਾਰ ਮਿਹਰ ਸਿੰਘ ਅਮਰੀਕਾ USA ਤੋਂ। ਇਹਨਾਂ ਨੇ ਅੱਜ ਸਵੇਰੇ ਵੀ ਸੰਪਟ ਪਾਠ ਰਖਾਏ ਸਨ, ਉਹਨਾਂ ਦਾ ਵੀ ਸਵੇਰੇ ਭੋਗ ਪਿਆ ਹੈ। ਬੇਨਤੀ ਕਰਾਂਗਾ ਬਾਬਾ ਭੋਲਾ ਜੀ ਨੂੰ ਉਹ ਵੀ ਜਾ ਕੇ ਸਿਰਪਾਓ ਦੀ ਬਖਸ਼ਿਸ਼ ਦੇਣ। ਸਰਦਾਰ ਹਰਵਿੰਦਰ ਸਿੰਘ, ਗੁਰਦੇਵ ਸਿੰਘ ਆਸਟ੍ਰੇਲੀਆ ਤੋਂ ਆ ਕੇ ਸਿਰਪਾਓ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆਇਆ ਹੋਵੇ ਸਿਰਪਾਓ ਦੀ ਬਖਸ਼ਿਸ਼ ਲਵੇ। ਕਾਕਾ ਗੁਰਕਰਨ ਸਿੰਘ ਆਸਟ੍ਰੇਲੀਆ, ਕਾਕਾ ਮਹਿਤਾਬ ਸਿੰਘ ਕੈਨੇਡਾ, ਬੱਚੀ ਏਕਮਪ੍ਰੀਤ ਕੌਰ, ਕਾਕਾ ਭਗਤਪਾਲ ਸਿੰਘ ਡੇਰਾ ਨਿਸ਼ੋਰੀਆ, ਕਾਕਾ ਕਾਰਜਦੀਪ ਸਿੰਘ ਅਸੰਧ, ਕਾਕਾ ਐਬਿੰਦ ਸਿੰਘ ਕਰਨਾਲ ਤੋਂ, ਸਰਦਾਰ ਜਗਰਾਜ ਸਿੰਘ ਨਿਸਿੰਘ ਤੋਂ, ਬੀਬੀ ਰੁਪਿੰਦਰ ਕੌਰ ਜਾਂਬਾ ਡੇਰਾ, ਸਰਦਾਰ ਬਲਜੀਤ ਸਿੰਘ ਜਾਂਬਾ ਡੇਰਾ, ਸਰਦਾਰ ਅਵਤਾਰ ਸਿੰਘ ਜੀ ਨਵਾਰਸੀ ਤੋਂ, ਬੀਬੀ ਹਰਪ੍ਰੀਤ ਕੌਰ ਬਾਂਸਾ ਤੋਂ, ਸਰਦਾਰ ਕੁਲਦੀਪ ਸਿੰਘ ਜੀ ਚੁਗਾਮਾ ਤੋਂ, ਕਾਕਾ ਅਰਸ਼ਦੀਪ ਸਿੰਘ ਮਲਕੀਤ ਸਿੰਘ। ਸਿਰਪਾਓ ਦੀ 2 ਨਾਮ ਲਿੱਤੇ ਗਏ ਹਨ, ਤਿੰਨਾਂ ਵਿੱਚ ਵੀ ਕੋਈ ਵੀ ਇੱਕ ਸਤਸੰਗੀ ਆ ਕੇ ਸਿਰਪਾਓ ਦੀ ਬਖਸ਼ਿਸ਼ ਲੈ ਲਵੇ। ਸਰਦਾਰ ਬਲਵਿੰਦਰ ਸਿੰਘ ਜੀ ਨਵਾਰਸੀ ਤੋਂ, ਸਰਦਾਰ ਗੁਰਮੀਤ ਸਿੰਘ ਜੀ ਐਡਵੋਕੇਟ ਕਰਨਾਲ ਤੋਂ ਆ ਕੇ ਸਿਰਪਾਓ ਦੀ ਬਖਸ਼ਿਸ਼ ਲੈਣ। ਸਰਦਾਰ ਮਨਜੀਤ ਸਿੰਘ ਜੀ USA ਅਮਰੀਕਾ ਤੋਂ, ਸਰਦਾਰ ਅਮਨਜੀਤ ਸਿੰਘ ਜੀ ਸਨ ਆਫ ਜੰਗੀਰ ਸਿੰਘ ਸਿੰਘੜਾ, ਕਾਕਾ ਮਹਿਰਾਜ ਸਿੰਘ ਲੁਧਿਆਣਾ ਤੋਂ, ਸਰਦਾਰ ਬੂਟਾ ਸਿੰਘ ਜੀ ਅਮਰੀਕਾ ਤੋਂ, ਸਰਦਾਰ ਬਰਿੰਦਰ ਸਿੰਘ ਜੀ ਲੁਧਿਆਣਾ ਤੋਂ, ਵਿਸ਼ਾਲ ਕੇਬਲਸ ਉਲਾਸਨਗਰ ਤੋਂ, ਸਰਦਾਰ ਗੁਲਜ਼ਾਰ ਸਿੰਘ ਜੀ ਸੰਧੂ ਪਰਿਵਾਰ ਸੰਧੂ, ਗੁਲਜ਼ਾਰ ਸਿੰਘ ਜੀ ਸੰਧੂ ਸਿਰਪਾਓ ਦੀ ਆ ਕੇ ਬਖਸ਼ਿਸ਼ ਲੈਣ। ਬੇਨਤੀ ਹੈ ਉਲਾਸਨਗਰ ਤੋਂ ਮਾਤਾ ਜੀ ਉਹਨਾਂ ਦਾ ਪਰਿਵਾਰ ਆਇਆ ਹੈ, ਉਹਨਾਂ ਨੇ ਆਪਣੇ ਬੱਚੇ ਦੀ ਯਾਦ ਦੇ ਵਿੱਚ ਸਵਰਗੀਏ ਰਾਜੇਸ਼ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਏ। ਸਿਰਪਾਓ ਦੀ ਬਖਸ਼ਿਸ਼ ਆ ਕੇ ਲੈਣ। ਭਾਗਾ ਵਾਲੇ ਤੁਸੀਂ ਸਾਰੇ ਹੋ। ਅੱਜ ਦੀਵਾਨ ਸਜੇਗਾ, ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ। 2-2:30 ਵਜੇ ਤੱਕ ਦੀਵਾਨ ਸਜਣੇ ਹਨ ਅੱਜ, ਕਿਉਂਕਿ ਪੂਰਨਮਾਸ਼ੀ ਦਾ ਦਿਹਾੜਾ ਹੈ
ਔਰ ਖਾਸ ਕਰ ਬੇਨਤੀ ਕਿ ਜਿਨ੍ਹਾਂ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਉੱਪਰ ਜਿਹੜਾ ਰੂਟੀਨ ਵਾਲਾ ਹਾਲ ਹੈ ਉੱਥੇ ਖੰਡੇ ਬਾਟੇ ਦੀ ਪੌਲ ਛਕਾਈ ਜਾਏਗੀ। ਪੰਜ ਪਿਆਰੇ ਤਿਆਰੀਆਂ ਕਰ ਰਹੇ ਹਨ, ਸੰਗਤ ਤਿਆਰੀ ਕਰ ਰਹੀ ਹੈ। ਜਿਨ੍ਹਾਂ ਨੇ ਸਤਸੰਗੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਉੱਪਰ ਜਾ ਕਰਕੇ ਹਾਲ ਦੇ ਵਿੱਚ ਆ ਕੇ ਬਹਿ ਜਾਣ। ਹੁਣ ਮੈਂ ਬੇਨਤੀ ਕਰਾਂਗਾ ਸੰਤ ਸਵਰਨ ਸਿੰਘ ਜੀ ਨੂੰ, ਉਹ ਆਨੰਦ ਸਾਹਿਬ ਦਾ ਪਾਠ ਕਰਨਗੇ। ਅਗਲੀ ਟਰਨ ਦੀ ਆਰੰਭਤਾ ਹੋਵੇਗੀ। ਪਾਵਨ ਪਵਿੱਤਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੋਵੇਗਾ, ਫਿਰ ਅਰਦਾਸ ਹੋਵੇਗੀ, ਫਿਰ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਸ ਤੋਂ ਬਾਅਦ ਦੀਵਾਨ ਸਜੇਗਾ। ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ। ਕਿਸੇ ਨੂੰ ਲੋੜ ਹੋਵੇ ਤਾਂ ਲੰਗਰ ਪਾਣੀ ਛਕ ਕੇ ਦੁਬਾਰਾ ਆ ਕੇ ਪੰਡਾਲ ਦੇ ਵਿੱਚ ਸਜਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।